ਚੇਤਾ ਸਮੁੰਦਰ ਸਾਗਰ ਨੀਰ ਭਰਿਆ, तेते अवगण हमारे दया करो किश मेहर उपावो, डुब दे पत्थर तारे बाणी गुरु गुरु है बाणी, विच बाणी अमृत सारे, गुर बाणी कह सेवक जन मानै, पर तख गुरु निस्तारे, आवो सिख सत गुरु के प्यारियो, गावो सच्ची बाणी, बाणी तां गावो गुरु केरी, बाणिया सिर बाणी। परम सन्मानयोग जुगो जुग अटल चवर छतर दे मालक गुरगद्दी ते बराजमान दोहां जहानां दे वाली वालिए कुलियालम तन तन साहिब श्री गुरु ग्रंथ साहिब जी दी पावन पवित्र ते मुबारकमई गोद दा निग मान रहे अति सत्कारयोग सतसंगी जनो, वड भागे हाँ जो साहिबा दी पावन पवित्र हजूरी विच बैठन दा सुभागा समा प्राप्त होया है। जिवें कि आप सरबत संगत इस गल तो भली भांत जानू हो कि ये जो 3 रोजा गुरमत समागम आपां रखिया है, ਇਹਦੇ ਵਿੱਚ ਭਾਈ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ ਜਪ ਬਾਣੀ, ਜਿਸ ਨੂੰ ਸਤਿਕਾਰ ਦੇ ਨਾਲ ਆਪਾਂ ਜਪਜੀ ਸਾਹਿਬ ਵੀ ਕਹਿੰਦੇ ਆ, ਉਹਦਾ ਉਚਾਰਨ ਅਰਥਾਂ ਸਮੇਤ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਆਓ ਜਿੰਨਾ ਚਿਰ ਵੀ ਆਪਾਂ ਗੁਰੂ ਬਾਬੇ ਦੀ ਗੋਦ ਦੇ ਵਿੱਚ ਬੈਠਣਾ ਹੈ, ਭਾਗਾਂ ਵਾਲਿਓ ਇਸ ਭਾਵਨਾ ਦੇ ਨਾਲ ਬੈਠਿਓ। दाता जी जेता समुंद सागर नीर भरिया, तेते अवगण हमारे। जिवें समुंदर दे विच पानी हुंदा है ते आपां दस नहीं सकदे कि इहदे विच किन्ना कु पानी समाया होया है। दाता तेवें दाता जदों मैं तेरी बाणी तो टुटिया, तेरे ज्ञान तो टुटिया, ते दाता मेरा भी हाल उस समुंदर वर्गा है जिहदे पानी नूं नाप नहीं सकदे, तोल नहीं सकदे। मेरे अवगण भी दाता इवें दे ने। जेता समुंद सागर नीर भरिया, तेते अवगण हमारे, दया करो किश मेहर उपावो, डुब दे पत्थर दा तारे। आओ भागां वालियो दाते दी गोद दे विच इस भावना दे नाल बैठिए। जिवें बाप सवेर तो जांदा है काम ते, थकिया जदों शाम नूं पुत्तां धीआं दा मूंह वेखदा है ना, सारा थकेवा लै जांदा है, सारे दिन दा आलस लै जांदा है, दलिद्र रह जांदा है। आओ दाते कोल इस भावना दे नाल बैठिए। दाता तेरी गोद दे विच बैठे आ, गोद दे विच बैठे ना दाता अकीए ते ना दाता थकीए, तेरे गुणां नूं अपनी जिंदगी दा आधार बनाउंदे होए, तेरे गुणां दे नाल सांझ करदे होए अपना जन्म बतीत करिए। सो आओ भागां वालियो
ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਜਿੰਨੇ ਵੀ ਸਰੀਰ ਆਪਾਂ ਗੁਰੂ ਬਾਬੇ ਦੀ ਗੋਦ ਅੰਦਰ ਜੁੜ ਬੈਠੇ ਹਾਂ, ਜਾਂ ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਹੈ, ਇੱਕੇ ਵਾਰੀ ਕਹਿਣ ਤੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ 2 ਮਿੰਟ ਕੱਲ ਦੀ ਲੜੀ ਨੂੰ ਜੋੜਦੀ ਜਾਵਾਂ। ਕੱਲ ਆਪਾਂ ਸ਼ਬਦ ਪੜਿਆ ਸੀ ਬਿਲਾਵਲ ਰਾਗ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 823 ਤੇ ਸੁਭਾਏਮਾਨ ਸੀ। ਕੱਲ ਭਾਗਾਂ ਵਾਲਿਓ ਆਪਾਂ 2 ਪੱਖਾਂ ਦੀ ਵਿਚਾਰ ਕੀਤੀ ਸੀ। ਕੇਵਲ ਤੇ ਕੇਵਲ ਰਹਾਉ ਦਾ ਬੰਦ ਜਿਹੜਾ ਸੀ ਵਿਚਾਰ ਪਾਏ ਸਾਂ। ਇੱਕ ਤਾਂ ਗੱਲ ਕੀਤੀ ਸੀ ਆਪਾਂ ਪੂਰੇ ਗੁਰੂ ਦੀ। ਕਿਹੜੀ ਗੱਲ ਕੀਤੀ ਸੀ ਜੀ? ਇੱਕ ਤਾਂ ਜੋ ਸਾਨੂੰ ਯਾਦ ਆਵੇ, ਬੋਲੀ ਜਾਇਓ ਭਾਗਾਂ ਵਾਲਿਓ। ਕਿਹੜੇ ਗੁਰੂ ਦੀ ਗੱਲ ਕੀਤੀ ਸੀ ਆਪਾਂ? ਪੂਰੇ ਗੁਰੂ ਦੀ। ਪੂਰੇ ਗੁਰੂ ਦੇ ਲੜ ਕਿਵੇਂ ਲੱਗਣਾ ਏ, ਕਿਵੇਂ ਪੂਰੇ ਦੇ ਲੜ ਲੱਗਿਆ ਅਸੀਂ ਪੂਰੇ ਬਣ ਸਕਦੇ ਹਾਂ। ਤੇ ਦੂਜੀ ਗੱਲ ਕੀਤੀ ਸੀ ਆਪਾਂ ਅੰਮ੍ਰਿਤ ਦੀ। ਦੂਜੀ ਗੱਲ ਕੀਤੀ ਸੀ ਆਪਾਂ ਅੰਮ੍ਰਿਤ ਦੀ, ਕਿਵੇਂ ਦਾਤੇ ਦੀ ਬਾਣੀ ਦਾ ਅੰਮ੍ਰਿਤ ਲੈ ਕੇ ਗੁਣਾ ਦੇ ਨਾਲ ਸਾਂਝ ਪਾਉਣੀ ਏ। ਅੱਜ ਦੂਜੇ ਬੰਦ ਦੀ ਤੇ ਤੀਜੇ ਬੰਦ ਦੀ ਆਪਾਂ ਵਿਚਾਰ ਕਰਾਂਗੇ। ਪਹਿਲਾ ਬੰਦ ਸੀ ਗੁਰ ਪੂਰੈ ਮੇਰੀ ਰਾਖ ਲਈ, ਉਸ ਪੂਰੇ ਗੁਰੂ ਨੇ ਮੇਰੀ ਰੱਖਿਆ ਕਰ ਲਈ ਏ। ਅੰਮ੍ਰਿਤ ਨਾਮ ਹਿਰਦੇ ਮਹਿਦੀਨੋ ਜਨਮ ਜਨਮ ਕੀ ਮੈਲ ਗਈ। ਜਿਹੜੇ ਮੇਰੇ ਅੰਦਰ ਵਿਕਾਰ ਸੀ, ਜਿਹੜੀਆਂ ਮੇਰੇ ਅੰਦਰ ਬੁਰਾਈਆਂ ਸੀ, ਜਦੋਂ ਪੂਰੇ ਦੇ ਨਾਲ ਮੇਰਾ ਸੰਬੰਧ ਬਣ ਗਿਆ, ਉਹ ਬੁਰਾਈਆਂ ਟੁੱਟ ਗਈਆਂ, ਦੂਰ ਹੋ ਗਈਆਂ। ਅੱਜ ਦਾਤਾ ਜੀ ਬੜਾ ਪਿਆਰਾ ਉਪਦੇਸ਼ ਝੋਲੀ ਦੇ ਵਿੱਚ ਪਾਉਂਦੇ ਹੋਏ ਕਹਿਣ ਲੱਗੇ, ਜਦੋਂ ਮੇਰਾ ਸੰਬੰਧ ਪੂਰੇ ਦੇ ਨਾਲ ਬਣ ਗਿਆ, ਜਦੋਂ ਮੇਰੇ ਅੰਦਰ ਉਹ ਅੰਮ੍ਰਿਤ ਆ ਗਿਆ, ਜਿਹੜਾ ਅੰਮ੍ਰਿਤ ਨਾ ਮਰਨ ਵਾਲਾ ਏ, ਤੇ ਕਹਿੰਦੇ ਹੋਇਆ ਪਤਾ ਕੀ, ਇੱਕ ਹੋਰ ਬਦਲਾ ਆ ਗਿਆ ਜੇ। ਸੁਣਿਓ ਦਾਤੇ ਦਾ ਵਚਨ, ਕਹਿਣ ਲੱਗੇ, ਨਿਵਰੈ ਦੂਤ ਦੁਸ਼ਟ ਬੈਰਾਈ, ਗੁਰ ਪੂਰੇ ਕਾ ਜਪਿਆ ਜਾਪ। ਭਾਗਾਂ ਵਾਲਿਓ, ਇਸ ਸ਼ਬਦ ਦੇ ਵਿੱਚ ਨਾ ਦਾਤੇ ਨੇ ਵਾਰ-ਵਾਰ ਪੂਰੇ ਦੇ ਵੱਲ ਧਿਆਨ ਦਿਵਾਇਆ ਹੈ। ਵਾਰ-ਵਾਰ ਫੇਰ ਕਿਹਾ ਹੈ ਨਾ, ਨਿਵਰੈ ਦੂਤ ਦੁਸ਼ਟ ਬੈਰਾਈ, ਗੁਰ ਪੂਰੇ ਕਾ ਜਪਿਆ ਜਾਪ। ਭਾਗਾਂ ਵਾਲਿਓ, ਜਿੰਨੇ ਵੀ ਆਪਾਂ ਗੁਰੂ ਦਰਬਾਰ ਅੰਦਰ ਬੈਠੇ ਹਾਂ, ਜਾਂ ਜਿੱਥੋਂ ਤੱਕ ਵੀ ਆਵਾਜ਼ ਪਹੁੰਚਦੀ ਹੈ, ਕੁਝ ਘਰਾਂ 'ਚ ਬੈਠੇ ਵੀ ਸੁਣ ਰਹੇ ਹੋਣਗੇ, ਇੱਕ ਗੱਲ ਤਾਂ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਪੂਰੇ ਤੋਂ ਬਿਨਾ ਬੇੜਾ ਪਾਰ ਨਹੀਂ ਹੋਣਾ। ਪੂਰੇ ਤੋਂ ਬਿਨਾ ਬੇੜਾ ਪਾਰ ਨਹੀਂ ਹੋਣਾ। ਜੇ ਅਧੂਰਿਆਂ ਦੇ ਮਗਰ ਲੱਗਿਆ, ਪਤਾ ਕਿਵੇਂ ਦੀ ਹਾਲਤ ਹੋਣੀ ਹੋਈ। ਜਿਹੜਾ ਆਪ ਹੀ ਪਹਿਲਾਂ ਹੀ ਡੁੱਬ ਰਿਹਾ ਹੋਵੇ, ਉਹ ਤੈਨੂੰ ਹੋਰ 4 ਗੋਤੇ ਤਾਂ ਦਵਾ ਸਕਦਾ, ਪਰ ਤੈਨੂੰ ਬਾਹਰ ਨਹੀਂ ਕੱਢ ਸਕਦਾ। ਸਾਹਿਬ ਜੀ ਨੇ ਬੜਾ ਪਿਆਰਾ ਉਪਦੇਸ਼ ਝੋਲੀ 'ਚ ਪਾਇਆ ਏ। ਕਹਿੰਦੇ, ਦਾਤਾ ਜੀ ਜਦੋਂ ਮੇਰਾ ਤੇਰੇ ਨਾਲ ਸੰਬੰਧ ਬਣ ਗਿਆ, ਮੇਰੇ ਅੰਦਰੋਂ ਦੂਰ ਹੋ ਗਿਆ। ਕੀ ਦੂਰ ਹੋਇਆ? ਨਿਵਰੈ ਦੂਤ ਦੁਸ਼ਟ, ਮੇਰੇ ਅੰਦਰੋਂ ਦੂਤ ਦੁਸ਼ਟ। ਹੁਣ ਉਹ ਦੂਤ ਤੇ ਦੁਸ਼ਟ ਕਿਹੜੇ ਨੇ? ਜਿਨੂੰ ਬਾਬੇ ਦੀ ਬਾਣੀ ਨੇ ਕਿਹਾ ਏ, ਅਵਰ ਪੰਚ ਹਮ ਏਕ ਜਣਾ। ਦਾਤਾ 5 ਜਾਣੇ ਮੈਨੂੰ ਘੇਰ ਕੇ ਖਲੋਤੇ ਨੇ ਤੇ ਮੈਂ ਇੱਕ ਹਾਂ। ਜਿਵੇਂ ਭਾਗਾਂ ਵਾਲਿਓ ਸੌਖੇ ਤਰੀਕੇ ਨਾਲ ਸਮਝਦੇ ਜਾਈਏ। ਹੁਣ ਬੰਦਾ ਸਫ਼ਰ ਕਰ ਰਿਹਾ ਏ, ਬੰਦਾ ਕੱਲਾ ਏ, ਤੇ ਕੋਈ 4-5 ਜਾਣੇ ਆ ਕੇ ਕੋਈ ਇਧਰੋਂ ਘੇਰ ਲੈ, ਕੋਈ ਇਧਰੋਂ ਘੇਰ ਲੈ, ਉਹਨੂੰ ਮਾਰਨਗੇ ਵੀ। ਜਿੱਥੇ ਮਾਰਨਗੇ ਉਥੇ ਜੋ ਕੁਝ ਉਹਦੇ ਕੋਲ ਕੀਮਤੀ ਸਮਾਨ ਹੋਵੇਗਾ ਲੁੱਟ ਕੇ ਵੀ ਲੈ ਜਾਣਗੇ। ਦਾਤਾ ਜੀ ਨੇ ਬੜਾ ਪਿਆਰਾ ਉਪਦੇਸ਼ ਝੋਲੀ 'ਚ ਪਾਇਆ। ਕਹਿਣ ਲੱਗੇ, ਦਾਤਾ ਜੀ ਮੇਰੀ ਵੀ ਹਾਲਤ ਐਵੇਂ ਦੀ ਹੈ ਜਿਵੇਂ ਚੁਰਸਤੇ ਦੇ ਵਿੱਚ, ਰਾਹ ਦੇ ਵਿੱਚ ਜਾਂਦਿਆਂ ਕੋਈ ਕੱਲਾ ਬੰਦਾ ਘੇਰਿਆ ਜਾਂਦਾ ਹੈ ਨਾ। ਕਹਿੰਦੇ, ਦਾਤਾ ਮੈਂ ਵੀ ਘੇਰਿਆ ਗਿਆ ਏ। ਅਵਰ ਪੰਚ ਹਮ ਏਕ ਜਣਾ। ਦਾਤਾ ਮੈਂ ਏਕਾਂ ਤੇ ਮੈਨੂੰ 5 ਨੇ ਘੇਰਿਆ। ਉਹ 5 ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਹਿੰਦੇ, ਦਾਤਾ ਮੈਨੂੰ ਇਹਨਾਂ ਨੇ ਘੇਰਿਆ ਏ, ਕਿਉਂ ਰਾਖੂੰ ਕਰ ਬਾਹਰ ਮਣਾ। ਦਾਤਾ ਮੈਂ ਕਿਵੇਂ ਇਹਨਾਂ ਦੀ ਰੱਖਿਆ ਕਰ ਸਕਾਂ? ਅੱਗੇ ਦਾਤਾ ਜੀ ਕਹਿਣ ਲੱਗੇ, ਮਾਰੇ। ਕਹਿੰਦੇ, ਮੈਨੂੰ ਮਾਰ ਰਹੇ ਨੇ, ਮੈਨੂੰ ਲੁੱਟ ਰਹੇ ਨੇ ਰੋਜ਼-ਰੋਜ਼। ਦਾਤਾ ਜੇ ਮਾਰਦੇ ਹੀ ਹੁੰਦੇ ਨਾ ਕੱਲੇ, ਤੇ ਹੋ ਸਕਦਾ ਸੀ ਮੈਂ ਤੇਰੀ ਬਾਣੀ ਨਾਲ ਜੁੜ ਜਾਂਦਾ। ਪਰ ਦਾਤਾ
ਕੀ ਕਰਾਂ ਜਿੱਥੇ ਇਹ ਮੈਨੂੰ ਮਾਰ ਰਹੇ ਨੇ। ਦਾਤਾ ਉੱਥੇ ਇਹ ਮੈਨੂੰ ਲੁੱਟ ਵੀ ਰਹੇ ਨੇ, ਕੀਮਤੀ ਸਮਾਨ ਮੇਰੇ ਅੰਦਰੋਂ ਲਿਜਾ ਰਹੇ ਨੇ। ਸਾਹਿਬ ਜੀ ਕਹਿਣ ਲੱਗੇ ਪਿਆਰਿਆ, ਜੇ ਤੇਰਾ ਸੰਬੰਧ ਬਾਣੀ ਦੇ ਨਾਲ ਬਣ ਗਿਆ ਨਾ, ਜੇ ਤੇਰਾ ਸੰਬੰਧ ਬਾਣੀ ਦੇ ਨਾਲ ਬਣ ਗਿਆ, ਕਹਿੰਦੇ ਇਹ ਤੇਰਾ ਕੁਛ ਨਹੀਂ ਵਿਗਾੜ ਸਕਦੇ। ਪਤਾ ਹੋਇਆ ਕੀ ਹੈ, ਤੂੰ ਬਾਣੀ ਦੇ ਨਾਲੋਂ ਟੁੱਟ ਗਿਆ, ਤੈਨੂੰ ਕਬੂਲ ਕਰਨਾ ਪਵੇਗਾ। ਬਾਬਾ ਮੈਂ ਕਰਮਹੀਨ ਕੁੜਿਆਰ, ਨਾਮ ਨਾ ਪਾਇਆ ਤੇਰਾ, ਅੰਦਾ ਪਰਮ ਭੁੱਲਾ ਮਨ ਮੇਰਾ। ਦਾਤਾ ਤੂੰ ਤੇ ਮੈਨੂੰ ਚਾਨਣ ਚ ਭੇਜਿਆ ਸੀ, ਚਾਨਣ ਚ ਭੇਜਿਆ ਹੀ ਐ ਤਾਂ ਗਿਆਨ ਗੁਰੂ ਦੇ ਲੜ ਲਾਇਆ, ਨਹੀਂ ਤੇ ਦੇਹਾਂ ਦੇ ਲੜ ਲਾ ਜਾਂਦੇ ਗੁਰੂ ਜੀ। ਨਹੀਂ ਤੇ ਕਹਿ ਜਾਂਦੇ ਭਾਈ ਆ ਇੱਕ ਚਿੱਟੇ ਜੇ ਕੱਪੜੇ ਪਾਏ ਹੋਣਗੇ, ਹੋ ਸਕਦਾ ਗੋਲ ਦਮਾਲਾ ਬੰਨਿਆ ਹੋਊ, ਜੇ ਗੋਲ ਨਹੀਂ ਤੇ ਪੱਗ ਬੰਨੀ ਹੋਊ ਨੁੱਕਰ ਵਾਲੀ, ਭਲਿਆ ਉਹਦੀ ਸੇਵਾ ਕਰੀ। ਪਰ ਦਾਤਾ ਜੀ ਕਹਿੰਦੇ ਨਾ ਨਾ, ਜੇ ਉਹਨਾਂ ਮਗਰ ਲੱਗੇਗਾ ਲੁੱਟਿਆ ਜਾਵੇਂਗਾ, ਲੁੱਟਿਆ ਜਾਵੇਂਗਾ। ਜਿਵੇਂ ਅੰਨਾ ਮਨੁੱਖ, ਜਿਹੜਾ ਮਨੁੱਖ ਅੰਨਾ ਹੋਵੇ, ਉਹਨੂੰ ਦਿਸਦਾ ਕੁਝ ਨਾ ਹੋਵੇ, ਤੇ ਉਹਦੇ ਮਗਰ ਜਾਣ ਵਾਲੇ ਨੂੰ ਵੀ ਅੰਨਾ ਕਿਹਾ ਜਾਂਦਾ ਏ, ਜਾਣ ਵਾਲੇ ਨੂੰ ਵੀ ਅੰਨਾ ਕਿਹਾ ਜਾਂਦਾ ਏ। ਹੁਣ ਕੋਈ ਸ਼ਰਾਬ ਦੇ ਠੇਕੇ ਤੇ ਜਾ ਰਿਹਾ ਹੋਵੇ, ਕਿਸੇ ਨੇ ਅੰਮ੍ਰਿਤ ਪਾਨ ਕੀਤਾ ਹੋਵੇ, ਬਾਣੀ ਪੜ੍ਹਦਾ ਹੋਵੇ, ਤੇ ਦੂਜਾ ਮਨੁੱਖ ਸ਼ਰਾਬ ਦੇ ਠੇਕੇ ਤੇ ਜਿਹੜਾ ਰੋਜ਼ ਸ਼ਰਾਬ ਪੀਂਦਾ ਉਹਨੂੰ ਲਿਜਾ ਰਿਹਾ ਹੋਵੇ, ਤੇ ਨਾਲ ਜਾਣ ਵਾਲੇ ਨੂੰ ਕੀ ਆਖਾਂਗੇ? ਅੰਨਾ ਹੀ ਆਖਾਂਗੇ। ਭਾਈ ਤੇਰਾ ਰਸਤਾ ਹੋ ਰੇ, ਉਹਦਾ ਰਸਤਾ ਹੋ ਰੇ, ਤੂੰ ਸ਼ਾਮ ਨੂੰ ਗੁਟਕਾ ਸਾਹਿਬ ਲੈ ਕੇ ਬਾਣੀ ਪੜਨ ਵਾਲਾ ਹੈ। ਤੇ ਇਹ ਟੇਬਲ ਲਾਉਂਦਾ ਏ, ਟੇਬਲ ਦੇ ਉੱਤੇ ਸ਼ਰਾਬ ਦੀ ਬੋਤਲ ਰੱਖਦਾ ਏ, ਗਲਾਸੀ ਰੱਖਦਾ ਏ, ਨਾਲ ਕੁਝ ਨਮਕੀਨ ਰੱਖਦਾ ਏ ਤੇ ਖਾਂਦਾ ਏ। ਤੇਰਾ ਤੇ ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਤੂੰ ਅੰਨਾ ਏ, ਇਹਦੇ ਮਗਰ ਲੱਗ ਕੇ ਤੇ ਕਿੱਥੇ ਚਲਿਆ ਗਿਆ? ਅੰਨਾ ਏ ਤੂੰ। ਦਾਤਾ ਜੀ ਕਹਿਣ ਲੱਗੇ ਭਲਿਆ, ਜੇ ਤੇਰੀਆਂ ਆ ਅੱਖਾਂ ਨਾ ਹੋਈਆਂ ਸਰ ਜਾਵੇਗਾ। ਮੰਨ ਲਾ ਕੋਈ ਐਸੀ ਕੁਦਰਤੀ ਆਫਤ ਦੇ ਕਾਰਨ ਤੇਰੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, ਜਾਂ ਤੇਰੀਆਂ ਗਲਤੀਆਂ ਦੇ ਕਾਰਨ ਚਲੀ ਗਈ। ਦਾਤਾ ਜੀ ਕਹਿਣ ਲੱਗੇ ਇੰਨਾ ਨੁਕਸਾਨ ਨਹੀਂ ਹੋਵੇਗਾ, ਇੰਨਾ ਨੁਕਸਾਨ ਨਹੀਂ, ਤੈਨੂੰ ਸੰਭਾਲਣ ਵਾਲਾ ਤੇਰਾ ਪਰਿਵਾਰ ਹੋਵੇਗਾ, ਤੇਰੇ ਆਸ-ਪਾਸ ਰਹਿਣ ਵਾਲੇ ਤੇਰੇ ਹਮਦਰਦੀ ਹੋਣਗੇ। ਤੇ ਕਹਿੰਦੇ ਜੇ ਕਿਤੇ ਤੂੰ ਮਨ ਕਰਕੇ ਅੰਨਾ ਹੋ ਕੇ ਬਹਿ ਗਿਆ ਨਾ, ਦਾਤੇ ਦੀ ਬਾਣੀ ਨੂੰ ਬਾਬੇ ਨੂੰ ਲਿਖਣਾ ਪਿਆ। ਹਰੇਕ ਪੱਖ ਤੋਂ ਬਾਬੇ ਨੇ ਸਾਨੂੰ ਸੁਚੇਤ ਕੀਤਾ ਈ। ਕੌਣ ਕਹਿੰਦਾ ਏ ਗੁਰੂ ਗੱਲਾਂ ਨਹੀਂ ਕਰਦਾ? ਕੌਣ ਕਹਿੰਦਾ ਏ? ਭਲਿਆ ਉਹ ਬਾਬਾ ਤੈਨੂੰ ਹਰੇਕ ਪਰਿਭਾਸ਼ਾ ਦਿੰਦਾ ਈ, ਕਦੇ ਗੱਲਾਂ ਕਰਨ ਦੀ ਭਾਵਨਾ ਨਾਲ ਆ ਤਾਂ ਸਹੀ। ਬਾਬਾ ਮੈਨੂੰ ਦੱਸੀ ਅੰਨਾ ਕੌਣ ਏ? ਬਾਬਾ ਜੀ ਕਹਿਣ ਲੱਗੇ ਅੰਧੇ ਇਹ ਨਾ ਆਖੀਐ, ਉਹਨਾਂ ਨੂੰ ਅੰਨੇ ਨਹੀਂ ਕਿਹਾ ਜਾ ਸਕਦਾ, ਜਿਨ ਮੁਖ ਲੋਇਨ ਨਾਏ। ਕਹਿੰਦੇ ਜਿਨ੍ਹਾਂ ਦੇ ਕੋਲ ਰੋਸ਼ਨੀ ਨਾ ਹੋਵੇ ਅੱਖਾਂ ਦੀ, ਅਸਲ ਦੇ ਵਿੱਚ ਅੰਨੇ ਉਹ ਨਹੀਂ ਹੈ। ਤੇ ਫਿਰ ਦਾਤਾ ਜੇ ਉਹ ਨਹੀਂ ਅੰਨੇ ਤੇ ਅੰਨੇ ਕੌਣ ਨੇ? ਬਾਬਾ ਜੀ ਕਹਿਣ ਲੱਗੇ ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਕਹਿੰਦੇ ਜਿਹਨੂੰ ਰੱਬ ਦੇ ਕੋਲੋਂ, ਜਿਹਨੂੰ ਖਸਮ ਦੇ ਕੋਲੋਂ ਧੱਕੇ ਪੈਂਦੇ ਨੇ ਨਾ, ਅਸਲ ਦੇ ਵਿੱਚ ਅੰਨਾ ਮਨੁੱਖ ਉਹ ਜੇ। ਭਾਗਾਂ ਵਾਲਿਓ, ਸੂਝਵਾਨ ਬੈਠੇ ਹੋ। ਸਮਾਜ ਦੇ ਵਿੱਚ ਦੋ ਪ੍ਰਕਾਰ ਦੀਆਂ ਇਸਤਰੀਆਂ ਰਹਿੰਦੀਆਂ ਨੇ, ਦੋ ਪ੍ਰਕਾਰ ਦੀਆਂ। ਇੱਕ ਜਿਹੜੀਆਂ ਖਸਮ ਦੇ ਨਾਲ ਜੁੜੀਆਂ ਹੁੰਦੀਆਂ ਨੇ, ਦੁਨਿਆਵੀ ਖਸਮ ਦੇ ਨਾਲ ਜੁੜੀਆਂ ਹੁੰਦੀਆਂ ਨੇ, ਜਿਨ੍ਹਾਂ ਦਾ ਸੰਬੰਧ ਕੇਵਲ ਤੇ ਕੇਵਲ ਆਪਣੇ ਪਤੀ ਨਾਲ ਹੁੰਦਾ ਏ। ਦੁੱਖ ਦੇ ਵਿੱਚ ਵੀ ਨਾਲ ਹੁੰਦੀਆਂ ਨੇ, ਸੁੱਖ ਦੇ ਵਿੱਚ ਵੀ ਨਾਲ ਹੁੰਦੀਆਂ ਨੇ। ਤੇ ਇੱਕ ਸਮਾਜ ਦੇ ਵਿੱਚ ਉਹ ਔਰਤ ਰਹਿੰਦੀ ਏ ਜਿਹਦਾ ਅੰਦਰ ਖਾਤੇ ਕਿਤੇ ਵਿਸ਼ਵਾਸ ਡੋਲ ਜਾਵੇ ਨਾ, ਥਾਂ ਥਾਂ ਧੱਕੇ ਖਾਂਦੀ ਫਿਰੇ। ਦੁਨੀਆ ਦੇ ਲੋਕ ਵੇਸ਼ਵਾ ਕਹਿੰਦੇ ਨੇ। ਕੀ ਕਹਿੰਦੇ ਨੇ ਜੀ? ਵੇਸ਼ਵਾ ਕਹਿੰਦੇ ਨੇ। ਨਾ ਘਰੇ ਇੱਜ਼ਤ ਤੇ ਨਾ ਬਾਹਰ ਇੱਜ਼ਤ, ਨਾ ਉਹਦਾ ਘਰ ਵਾਲਾ ਇੱਜ਼ਤ ਕਰੇਗਾ, ਨਾ ਬੱਚੇ ਇੱਜ਼ਤ ਕਰਨਗੇ, ਨਾ ਸ਼ਰੀਕੇਦਾਰ ਇੱਜ਼ਤ ਕਰਨਗੇ, ਨਾ ਰਿਸ਼ਤੇਦਾਰ ਇੱਜ਼ਤ ਕਰਨਗੇ। ਤੇ ਸਾਹਿਬ ਜੀ ਕਹਿਣ ਲੱਗੇ ਭਲਿਆ ਜੇ ਤੂੰ ਇੱਕ ਨਾਲੋਂ ਟੁੱਟ ਗਿਆ ਨਾ, ਤੇਰੀ ਵੀ ਇੱਜ਼ਤ ਕਿਸੇ ਨੇ ਨਹੀਂ ਕਰਨੀ। ਤੇਰਾ ਵੀ ਹਾਲ ਉਸ ਵੇਸ਼ਵਾ ਵਰਗਾ ਹੋਣਾ ਹੀ
ਜਿਹਦਾ ਵਿਸ਼ਵਾਸ ਇੱਕ ਤੋਂ ਡੋਲ ਕੇ ਥਾਂ ਥਾਂ ਤੇ ਜਾਂਦਾ ਏ। ਭਾਗਾਂ ਵਾਲਿਓ, ਸੂਝਵਾਨ ਗੁਰੂ ਕੇ ਪਿਆਰੇ ਬੈਠੇ ਹੋ, ਮੇਰੀਆਂ ਭੈਣਾਂ ਵੀ ਬੈਠੀਆਂ ਨੇ, ਜਿਹੜੇ ਬਾਬੇ ਦੀ ਬਾਣੀ ਨੂੰ ਪਿਆਰ ਕਰਕੇ ਤੇ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਬਾਬੇ ਦੀਆਂ ਗੱਲਾਂ ਸੁਣਨ ਲਈ ਆਏ ਨੇ। ਭਾਗਾਂ ਵਾਲਿਓ, ਮੈਂ ਇੱਕ ਸਵਾਲ ਪੁੱਛਦੀ ਜਾਵਾਂ ਆਪ ਸਰਬੱਤ ਸੰਗਤ ਨੂੰ, ਬੜੇ ਪਿਆਰ ਦੇ ਨਾਲ ਤੇ ਬੜੀ ਇਕਾਗਰਤਾ ਦੇ ਨਾਲ ਜਵਾਬ ਦੇਣ ਦਾ ਯਤਨ ਕਰਨਾ। ਐ ਸ਼ਰਾਬ ਪੀਣ ਵਾਲਿਆ ਵੀਰਾ, ਐ ਨਸ਼ਾ ਕਰਨ ਵਾਲਿਆ ਵੀਰਾ, ਸਮੈਕ ਦੇ ਸੂਟੇ ਪੀਣ ਵਾਲਿਆ ਵੀਰਾ, ਕਾਸ਼ ਕਿਤੇ ਉਹਦਾ ਜਵਾਬ ਤੂੰ ਵੀ ਦੇ ਪਾਵੇਂ। ਕਾਸ਼ ਮੈਂ ਸੁਣਨਾ ਚਾਹੁੰਦੀ ਆ ਵੀਰਾ ਤੇਰੇ ਮੂੰਹੋਂ ਸੱਚ। ਮੈਂ ਸੁਣਿਆ ਐ ਸੱਚ ਬੜਾ ਮਿੱਠਾ ਹੁੰਦਾ ਏ। ਦੁਨੀਆ ਦੇ ਲੋਕ ਕਹਿੰਦੇ ਨੇ ਸੱਚ ਕੌੜਾ ਏ। ਸੱਜਣ ਠੱਗ ਨੂੰ ਪੁੱਛ ਕੇ ਵੇਖੋ ਸੱਜਣਾ, ਜਿਹੜਾ ਬਾਬੇ ਦੀ ਬਾਣੀ ਨੇ ਸੱਚ ਬੋਲਿਆ ਤੈਨੂੰ ਕਿਵੇਂ ਦਾ ਲੱਗਾ? ਕੌਡੇ ਰਾਖਸ਼ ਨੂੰ ਪੁੱਛ ਕੇ ਦੇਖੋ, ਕੌਡਿਆ ਜਿਹੜਾ ਬਾਬੇ ਦੀ ਬਾਣੀ ਨੇ, ਧੰਨ ਗੁਰੂ ਨਾਨਕ ਨੇ ਜਿਹੜਾ ਸੱਚ ਬੋਲਿਆ ਤੈਨੂੰ ਕਿਵੇਂ ਦਾ ਲੱਗਾ? ਕਹਿੰਦਾ ਏ ਕੌਡਾ, ਕਹਿੰਦਾ ਇੰਨੀ ਮਿਠਾਸ ਤੇ ਮੈਨੂੰ ਖੰਡ ਦੇ ਵਿੱਚੋਂ ਨਹੀਂ ਆਈ ਜਿੰਨੀ ਬਾਬੇ ਦੀ ਬਾਣੀ ਚੋਂ ਆ ਗਈ ਹੈ। ਐ ਗੁਰੂ ਨਾਨਕ ਦੇ ਘਰ ਦੀ ਵਡਿਆਈ, ਐ ਬਾਬੇ ਨਾਨਕ ਦੇ ਘਰ ਦਾ ਵਡੱਪਣ। ਮੈਂ ਜਿਹੜਾ ਸਵਾਲ ਰੱਖਣ ਲੱਗੀ ਸੀ ਆਪ ਸਰਬੱਤ ਸੰਗਤ ਦੇ ਸਾਹਮਣੇ, ਸਾਰਿਆਂ ਨੂੰ ਪਤਾ ਹੋਵੇਗਾ ਜੀ ਨਸ਼ਾ ਸਿਹਤ ਲਈ ਹਾਨੀਕਾਰਕ ਹੈ। ਨਸ਼ਾ ਸਿਹਤ ਲਈ ਹਾਨੀਕਾਰਕ ਹੈ। ਸਾਨੂੰ ਨਸ਼ਾ ਕਰਨਾ ਚਾਹੀਦਾ ਹੈ ਜੀ। ਬੋਤਲ ਦਾ ਡੱਟ ਖੋਲ ਕੇ ਪੀਣ ਵਾਲਿਆ ਵੀਰਾ, ਦਸੀ ਨਸ਼ਾ ਕਰਨਾ ਚਾਹੀਦਾ ਹੈ? ਨਹੀਂ। ਹਰੇਕ ਦਾ ਸਿਰ ਨਾ ਦੇ ਵਿੱਚ ਹਿੱਲੇਗਾ। ਹੁਣ ਇੱਕ ਤੇ ਨਸ਼ਾ ਏ ਜਿਹੜਾ ਸਾਡਾ ਸਰੀਰ ਕਰਦਾ ਹੈ ਤੇ ਬਾਅਦ ਚੋਂ ਪਸ਼ੂਆਂ ਵਾਲੀਆਂ ਹਰਕਤਾਂ ਕਰਦਾ ਹੈ। ਇੱਕ ਨਸ਼ਾ ਏ, ਉਹਦੇ ਵਿੱਚ ਸ਼ਰਾਬ ਲੈ ਲਓ, ਤੰਬਾਕੂ ਲੈ ਲਓ, ਹੁੱਕਾ ਲੈ ਲਓ, ਬੀੜੀ ਲੈ ਲਓ, ਕਈ ਐਸੇ ਨਸ਼ੇ ਮਿਲ ਜਾਣਗੇ। ਹੁਣ ਇੱਕ ਉਹ ਨਸ਼ਾ ਏ ਜਿਹੜਾ ਨਸ਼ਾ ਨਿੱਕੇ ਤੋਂ ਲੈ ਕੇ ਵੱਡੇ ਤੱਕ ਕਰ ਰਿਹਾ ਏ। ਬਾਹਰੀ ਨਸ਼ੇ ਦੇ ਉਮਰ ਦੀ ਕੋਈ ਸੀਮਾ ਹੋਵੇਗੀ ਕਿ ਬੰਦਾ 15 ਸਾਲ ਤੋਂ ਬਾਅਦ ਲੱਗਾ ਸ਼ਰਾਬ ਪੀਣ, 14 ਸਾਲ ਤੋਂ ਬਾਅਦ ਲੱਗਾ ਸਮੈਕ ਪੀਣ। ਪਰ ਦਾਤਾ ਜੀ ਕਹਿਣ ਲੱਗੇ ਭਲਿਆ ਉਹ ਨਸ਼ੇ ਤੋਂ ਕਦੋਂ ਜਾਣੂ ਹੋਵੇਗਾ ਜਿਹੜਾ ਨਸ਼ਾ ਨਿੱਕੇ ਤੋਂ ਲੈ ਕੇ ਬਜ਼ੁਰਗ ਉਮਰ ਦਾ ਬਾਬਾ ਵੀ ਕਰ ਰਿਹਾ ਹੈ। ਅੱਛਾ ਦਾਤਾ, ਗੱਲ ਕਰਨੀ ਹੈ ਅੱਜ ਆਪਣੇ ਪਿਓ ਦੇ ਨਾਲ, ਗੱਲ ਕਰਨੀ ਹੈ। ਬਾਬਾ ਜੀ ਉਹ ਨਸ਼ਾ ਕਿਹੜਾ ਏ? ਮੈਂ ਤੇ ਅੱਜ ਤੱਕ ਸ਼ਰਾਬ ਦੇ ਨਸ਼ੇ ਨੂੰ ਹੀ ਨਸ਼ਾ ਸਮਝ ਕੇ ਬੈਠਾ, ਸਮੈਕ ਦੇ ਨਸ਼ੇ ਨੂੰ ਹੀ ਨਸ਼ਾ ਸਮਝ ਕੇ ਬੈਠਾ। ਦਾਤਾ ਫਿਰ ਦੂਜਾ ਨਸ਼ਾ ਕਿਹੜਾ ਏ? ਪੁੱਛਿਓ ਬਾਬੇ ਦੀ ਬਾਣੀ ਨੂੰ। ਸਾਹਿਬ ਜੀ ਕਹਿਣ ਲੱਗੇ ਭਲਿਆ ਯਾਦ ਰੱਖੀ, ਝੂਠ ਬੋਲਣਾ ਵੀ ਤੇ ਨਸ਼ਾ ਹੀ ਹੈ। ਨਸ਼ਾ ਹੈ ਨਾ ਜੀ ਝੂਠ ਬੋਲਣਾ। ਹੁਣ ਨਸ਼ੇ ਵਾਲਾ ਬੰਦਾ ਜਿੰਨਾ ਚਿਰ ਰਾਤ ਨੂੰ ਘੁੱਟ ਪੀ ਨਾ ਲਵੇ ਟਕਾ ਜਿਹਾ ਨਹੀਂ ਆਉਂਦਾ, ਮਨ ਉੱਡੂ ਉੱਡੂ ਕਰਦਾ ਰਹਿੰਦਾ ਏ। ਸਮਾਜ ਦੇ ਵਿੱਚ ਤੁਸੀਂ ਦੇਖਿਆ ਹੋਣਾ ਕੋਈ ਐਸੇ ਬੰਦੇ ਵੀ ਹੋਣਗੇ, ਕੁਝ ਮੇਰੀਆਂ ਐਸੀਆਂ ਭੈਣਾਂ ਵੀ ਹੋਣਗੀਆਂ ਜਿਹੜੀਆਂ 2-4 ਲੂਤੀਆਂ ਇੱਧਰ ਉੱਧਰ ਲਾ ਨਾ ਦੇਣ, ਉਹਨਾਂ ਚਿਰ ਟਕਾ ਜਿਹਾ ਨਹੀਂ ਆਉਂਦਾ, ਦਿਨ ਨਹੀਂ ਸੁਖੀ ਲੰਘਦਾ। ਕੁਝ ਐਸੇ ਵੀ ਹੋਣਗੇ ਜਿਹੜੇ ਰਿਸ਼ਵਤ ਲੈਣ ਦਿਨ ਦੇ ਵਿੱਚ ਇੱਕ ਵਾਰ ਉਹਨਾਂ ਦੇ ਮਨ ਨੂੰ ਟਿਕਾ ਨਹੀਂ ਆਉਂਦਾ ਹੋਵੇਗਾ, ਸਹਿਜ ਨਹੀਂ ਆਉਂਦਾ ਹੋਵੇਗਾ। ਬਾਬੇ ਦੀ ਬਾਣੀ ਕਹਿੰਦੀ ਭਲਿਆ ਇਹ ਵੀ ਨਸ਼ਾ ਹੀ, ਇਹ ਵੀ ਨਸ਼ਾ ਹੀ, ਝੂਠ ਬੋਲਣਾ ਤੇਰੇ ਲਈ ਨਸ਼ਾ ਹੀ। ਹੁਣ ਕਾਮ ਵਸ ਹੋਇਆ ਬੰਦਾ ਹਲਕੇ ਕੁੱਤੇ ਵਾਂਗੂ ਦੌੜਦਾ ਫਿਰਦਾ ਹੈ ਨਾ, ਛਾਪੇ ਮਾਰਦਾ ਫਿਰਦਾ ਹੈ, ਕਿਤੇ ਨਾ ਕਿਤੇ ਮੇਰਾ ਛਾਪਾ ਵੱਜੇ। ਉਹ ਫਿਰ ਤੇ ਬਾਬੇ ਨੂੰ ਚਿੱਟੀ ਦਾੜੀ ਵੀ ਨਜ਼ਰ ਨਹੀਂ ਆਉਂਦੀ। ਕਾਮ ਵਸ ਹੋਇਆ ਬੰਦਾ, ਆ ਲੋਭ ਵਸ ਹੋਏ ਦੀ ਤੁਸੀਂ ਲੈ ਲਓ ਡੈਫੀਨੇਸ਼ਨ ਬਾਣੀ ਦੇ ਵਿੱਚੋਂ। ਬਾਬਾ ਕਹਿੰਦਾ ਜਿਹਦੇ ਜ਼ਿੰਦਗੀ ਦੇ ਵਿੱਚ ਲੋਭ ਆ ਗਿਆ, ਵੈਸੇ ਕਿਸੇ ਨੂੰ ਸਿੱਧਾ ਕਹਿ ਦੋ ਨਾ ਤੂੰ ਕੁੱਤਾ ਏ, ਅਗਲਾ ਗੁੱਸਾ ਕਰੇਗਾ, ਪਰ ਬਾਬਾ ਤੇਰਾ ਕੌਣ ਗੁੱਸਾ ਕਰੇ? ਬਾਬਾ
ਸਰਬੰਸ ਵਾਰ ਕੇ ਬਾਬਾ ਗਲ ਦੇ ਨਾਲ ਲਾਇਆ ਸੀ। ਉਹ ਤੂੰ ਪੁੱਤ ਪਿਆਰੇ ਨਹੀਂ ਸੀ ਸਮਝੇ ਦਾਤਿਆ, ਤੂੰ ਸਿੱਖ ਪਿਆਰੇ ਸਮਝੇ ਸੀ ਬਾਬਾ, ਤੇਰਾ ਗੁੱਸਾ ਮੈਂ ਕਿਵੇਂ ਕਰਾਂ। ਪੜੋ ਬਾਬੇ ਦੀ ਬਾਣੀ। ਬਾਬਾ ਜੀ ਕਹਿਣ ਲੱਗੇ, ਲਾਲਚ ਕਰਦਾ ਏ ਪਿਆਰਿਆ। ਆ ਸੁਣੀ ਪਵਾਈ ਝੋਲੀ ਚ ਬਚਨ ਬਾਬੇ ਦਾ, ਲੱਭ ਕੁੱਤਾ। ਕਹਿੰਦੇ ਤੂੰ ਕੁੱਤਿਆਂ ਵਾਲਾ ਜੀਵਨ ਬਤੀਤ ਕਰ ਰਿਹਾ ਏ, ਕੁੱਤਿਆਂ ਵਾਲਾ ਕਹਿੰਦੇ ਤੂੰ ਜੀਵਨ ਬਤੀਤ ਕਰ ਰਿਹਾ। ਜੇ ਤੇਰੇ ਅੰਦਰ ਲਾਲਚ ਆ ਗਿਆ, ਆ ਹੁਣ ਕਿੰਨੇ ਤੁਸੀਂ ਐਸੇ ਮਨੁੱਖ ਦੇਖੇ ਹੋਣਗੇ, ਹੰਕਾਰੇ ਜੇ ਤੁਰੇ ਫਿਰਨਗੇ, ਟਾਈ ਸ਼ਾਈ ਜੀ ਲਾਈ ਹੋਵੇਗੀ। ਵੈਸੇ ਟਾਈ ਲਾਉਣੀ ਮਾੜੀ ਗੱਲ ਨਹੀਂ, ਹੁਣ ਇਹ ਨਾ ਕਹਿ ਦਿਓ ਬੀਬੀ ਟਾਈਆਂ ਤੋਂ ਹੀ ਮਨਾ ਕਰ ਗਈ। ਦੱਸ ਬੀਬੀ, ਕਿਹੜਾ ਬਾਬੇ ਦੀ ਬਾਣੀ ਚ ਵਾਕ ਲਿਖਿਆ ਜਿੱਥੇ ਬਾਬੇ ਨੇ ਟਾਈ ਤੋਂ ਮਨਾ ਕੀਤਾ। ਭਲਿਆ ਤੇਰਾ ਪਹਿਰਾਵਾ ਬੜਾ ਸੋਹਣਾ ਹੋਵੇ, ਤੇਰਾ ਪਹਿਰਾਵਾ ਜੇ ਇਥੋਂ ਤੱਕ ਵੀ ਮੈਂ ਕਹਿ ਦੇਵਾਂ ਕੋਈ ਅਤ ਕਥਨੀ ਨਹੀਂ ਹੋਵੇਗੀ। ਤੂੰ ਜਿਹੜਾ ਸੂਟ ਪਾਇਆ ਹੋਵੇ ਉਹ ਤੇ ਹੀਰੇ ਲਾਲ ਜੜੇ ਹੋਣ, ਤੂੰ ਜਿੱਥੇ ਬੈਠਾ ਹੋਵੇਂ ਉਹ ਪਲੰਗ ਬੜਾ ਸੋਹਣਾ ਸ਼ਿੰਗਾਰਿਆ ਹੋਵੇ। ਤੇ ਭਲਿਆ ਇਹ ਨੁਕਸਾਨਦਾਇਕ ਉਦੋਂ ਹੋਣਾ ਹੀ, ਇਹ ਸੋਹਣੇ ਪਲੰਗ ਚੋਂ ਕੰਡੇ ਉਦੋਂ ਚੁਭਣੇ ਹੀ ਜਦੋਂ ਦਾਤਾ ਵਿਸਰ ਗਿਆ, ਜਦੋਂ ਮਾਲਕ ਵਿਸਰ ਗਿਆ। ਬਾਬੇ ਦੀ ਬਾਣੀ ਦਾ ਬੜਾ ਪਿਆਰਾ ਬਚਨ ਹੈ। ਕਹਿਣ ਲੱਗੇ, ਦਾਤਾ ਮੇਰੇ ਕੋਲ ਸਭ ਕੁਝ ਹੋਵੇ, ਪਰ ਬਾਬਾ ਜੇ ਤੂੰ ਨਾ ਹੋਵੇਂ ਸੇ ਸਭ ਕੁਝ ਵਿਅਰਥੀ। ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਦਾਤਾ ਇਹ ਸਭ ਕੁਝ ਵਿਅਰਥੀ ਦਾਤਾ, ਜੇ ਮੇਰੀ ਜ਼ਿੰਦਗੀ 'ਚ ਇੱਕ ਨਹੀਂ ਆਇਆ। ਹੁਣ ਝਾਤ ਮਾਰ ਕੇ ਦੇਖਿਓ ਭਾਗਾਂ ਵਾਲਿਓ, ਝਾਤ ਮਾਰ ਕੇ ਦੇਖਿਓ ਜਿਹੜਾ ਗੁਰਦੁਆਰੇ ਵੀ ਆਉਂਦਾ ਏ ਤੇ ਵੀਰਵਾਰ ਦੀਵਾ ਵੀ ਹੱਥ 'ਚ ਫੜੀ ਫਿਰਦਾ ਏ, ਜਿਹੜਾ ਗੁਰਦੁਆਰੇ ਵੀ ਆਉਂਦਾ ਏ ਤੇ ਡੇਰੇ ਵੀ ਜਾ ਕੇ ਮੱਥਾ ਟੇਕ ਆਉਂਦਾ ਏ, ਜਿਹੜਾ ਗੁਰਦੁਆਰੇ ਬਾਬੇ ਦੀ ਬਾਣੀ ਦੇ ਕੋਲ ਆ ਕੇ ਰੋਜ਼ ਪੜਦਾ ਏ, ਉੱਚੀ ਉੱਚੀ ਨਾਰੇ ਲਾਉਂਦਾ ਏ, ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਮਨਾਂ 'ਚ ਝਾਤ ਮਾਰ ਕੇ ਦੇਖਿਓ। ਜਦੋਂ ਕਿਸੇ ਬਾਬੇ ਦੇ ਜਾ ਕੇ ਗਿੱਟੇ ਘੁੱਟਦੇ, ਜੇ ਕੀ ਇਹ ਨਸ਼ਾ ਨਹੀਂ ਹੈ? ਇੱਕ ਬਾਬੇ ਨੂੰ ਛੱਡ ਕੇ ਦੂਜੇ ਕੋਲ ਜਾਣਾ, ਕੀ ਇਹ ਨਸ਼ਾ ਨਹੀਂ ਹੈ? ਨਸ਼ਿਆਂ ਦੇ ਰੂਪ ਬਦਲ ਗਏ। ਪਰ ਭਲਿਆ ਤੂੰ ਕਦੋਂ ਆਪਣਾ ਆਪ ਬਦਲੇਗਾ ਤੇ ਇਹਨਾਂ ਨਸ਼ਿਆਂ ਨੂੰ ਛੱਡੇਗਾ? ਕਦੋਂ ਆਪਣਾ ਆਪ ਬਦਲ ਕੇ ਇਹਨਾਂ ਤੋਂ ਦੂਰ ਹੋਵੇਂਗਾ? ਮੈਂ ਗੱਲ ਕਰ ਰਹੀ ਸੀ, ਜਿਹੜਾ ਬੰਦਾ ਗੁਰਦੁਆਰੇ ਵੀ ਆਉਂਦਾ ਏ ਤੇ ਕਿਤੇ ਅੰਦਰ ਖਾਤੇ ਵਿਸ਼ਵਾਸ ਵੀ ਡੋਲ ਜਾਂਦਾ ਏ। ਮੇਰੀਏ ਭੈਣੇ ਧਿਆਨ ਰੱਖੀ ਭੈਣੇ, ਤੂੰ ਵੀ ਨਸ਼ਾ ਕਰ ਰਹੀ ਹੋ, ਬਾਬੇ ਦੇ ਨਾਲ ਧਰੋ ਕਰ ਰਹੀ ਹੋ। ਭਾਗਾਂ ਵਾਲਿਓ ਮੈਂ ਇੱਕ ਗੱਲ ਕਰਦੀ ਜਾਵਾਂ, ਸਾਡਾ ਨਾ ਕਿਸੇ ਨੇ ਪੋਤੀ ਕੈਨੇਡਾ ਲੈ ਜੇ ਨਾ, ਕੋਈ ਕਿਤੇ ਬਾਹਰਲੀ ਵਿਦੇਸ਼ ਦੀ ਧਰਤੀ ਤੇ ਲੈ ਜੇ, ਤੇ ਅਸੀਂ ਉਹਦੇ ਦਿਨ ਰਾਤ ਗੁਣ ਗਾਉਂਦੇ ਨਹੀਂ ਥੱਕਦੇ, ਨਹੀਂ ਨਾ ਥੱਕਦੇ ਉਹਦੇ ਗੁਣ ਗਾਉਂਦੇ। ਚੋਰ ਦੱਸਦੇ ਫਿਰਦੇ ਆ ਰਿਸ਼ਤੇਦਾਰਾਂ ਨੂੰ, ਭਾਈ ਜਦੋਂ ਮੇਰੇ ਕੋਲ ਕੱਖ ਨਹੀਂ ਸੀ ਮੇਰੀ ਇਸ ਇਨਸਾਨ ਨੇ ਬਾਹ ਫੜੀ, ਤੇ ਬਾਬਾ ਤੇਰਾ ਜਿਗਰਾ ਕਿਵੇਂ ਦਾ ਹੋਵੇਗਾ ਬਾਬਾ, ਤੂੰ 4 ਵਾਰ ਕੇ ਫਿਰ ਵੀ ਬਾਹ ਨਹੀਂ ਫੜੀ, ਤੂੰ ਗੱਲ ਵਕੜੀ ਚ ਲੈ ਲਿਆ, ਮੈਂ ਨਹੀਂ ਛੱਡਣ ਵਾਲਾ ਤੁਹਾਨੂੰ। ਫਿਰ ਕੀ ਹੋਇਆ? 4 ਚਲੇ ਗਏ ਆ, ਫਿਰ ਕੀ ਹੋਇਆ? ਜਾਣ ਤੋਂ ਪਿਆਰੀ ਮੇਰੀ ਮਾਂ ਮੇਰੇ ਕੋਲ ਨਹੀਂ ਰਹੀ, ਘੁੱਟ ਕੇ ਗੱਲ ਵਕੜੀ ਦੇ ਵਿੱਚ ਲੈ ਲਿਆ। ਜਿਵੇਂ ਬੱਚਾ ਭੀੜ ਦੇ ਵਿੱਚ ਜਾਵੇ, ਮੇਲੇ ਦੇ ਵਿੱਚ ਜਾਵੇ, ਮਾਂ ਵਾਰ-ਵਾਰ ਬੱਚੇ ਨੂੰ ਕਹਿੰਦੀ ਐ ਭੈਣੋ ਧਿਆਨ ਦਿਓ। ਜਦੋਂ ਬੱਚੇ ਨਾਲ ਖੜਦੀਆਂ ਜੇ ਨਾ, ਵਾਰ-ਵਾਰ ਮਾਂ ਬੱਚੇ ਨੂੰ ਕਹਿੰਦੀ ਪੁੱਤਰਾ ਤੂੰ ਨਾ ਮੇਰੀ ਬਾਹ ਫੜੀ ਮੈਂ ਤੇਰੀ ਬਾਹ ਫੜਦੀ ਆਂ, ਤੂੰ ਨਾ ਮੇਰੀ ਬਾਹ ਫੜੀ ਮੈਂ ਤੇਰੀ ਬਾਹ ਫੜਦੀ ਆਂ, ਕਿਉਂਕਿ ਮਾਂ ਜਾਣਦੀ ਐ। ਮੇਲੇ ਦੇ ਵਿੱਚ ਬੜੇ ਖਿਡੌਣੇ ਲੱਗੇ ਹੋਣਗੇ, ਬੜੀਆਂ ਖਾਣ ਵਾਲੀਆਂ ਵਸਤੂਆਂ ਪਈਆਂ ਹੋਣਗੀਆਂ, ਬੱਚਾ ਉਹਨਾਂ ਵੱਲ ਜਾ ਕੇ ਮਾਂ ਦੀ ਉਂਗਲ ਛਡਾ ਸਕਦਾ ਏ, ਮਾਂ ਤੋਂ ਆਪਣਾ ਗੁੱਟ ਛਡਾ ਸਕਦਾ ਏ, ਪਰ
ਮਾਂ ਇੱਕ ਐਸੀ ਮਮਤਾ ਦੀ ਮੂਰਤ ਏ, ਦੁਨੀਆ ਇੱਧਰ ਉੱਧਰ ਹੋ ਸਕਦੀ ਪਰ ਮਾਂ ਆਪਣੇ ਬੱਚੇ ਦਾ ਗੁੱਟ ਨਹੀਂ ਛੱਡੇਗੀ, ਨਹੀਂ ਛੱਡੇਗੀ। ਬੱਚਾ ਗਵਾਚ ਜਾਵੇ, ਭੀੜ ਦੇ ਵਿੱਚ ਗਵਾਚ ਜਾਵੇ। ਆ ਕੱਲ ਹੀ ਇੱਕ ਬੱਚਾ ਨਾ ਉਹਦੀ ਮਾਂ ਜਾਂ ਦਾਦੀ ਥੋੜਾ ਜਿਹਾ ਇੱਧਰ ਉੱਧਰ ਹੋ ਗਈ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਰੋ ਰਿਹਾ ਸੀ, ਮੈਨੂੰ ਮੇਰੀ ਮਾਂ ਦੋ, ਮੈਨੂੰ ਮੇਰੀ ਮਾਂ ਦੋ। ਉਹਨੂੰ ਇਹ ਵੀ ਕਿਹਾ ਜਾ ਰਿਹਾ ਸੀ, ਇੱਥੇ ਵੀ ਲਿਆਂਦਾ ਜਾ ਰਿਹਾ ਸੀ, ਪਰ ਨਹੀਂ, ਬੱਚੇ ਨੂੰ ਮਾਂ ਨਜ਼ਰ ਨਹੀਂ ਆਈ। ਪੰਡਾਲ ਦੇ ਵਿੱਚ ਵੀ ਆ ਕੇ ਫੇਰ ਰੋ ਰਿਹਾ ਸੀ, ਮੈਨੂੰ ਮਾਂ ਦੋ, ਕਿਉਂਕਿ ਉਹਨੂੰ ਪਤਾ ਏ ਮੈਨੂੰ ਮਾਂ ਮਿਲ ਗਈ ਤੇ ਮੈਨੂੰ ਸਾਰੀ ਦੁਨੀਆ ਦੇ ਸੁੱਖ ਮਿਲ ਜਾਣੇ ਨੇ। ਜੇ ਮਾਂ ਦੂਰ ਹੋ ਗਈ ਤੇ ਮੈਨੂੰ ਕੁਛ ਮਿਲਣ ਵਾਲਿਆਂ ਚੋਂ ਨਹੀਂ, ਕੁਛ ਨਹੀਂ ਮਿਲਣਾ, ਮੇਰੇ ਪੱਲੇ ਕੱਖ ਨਹੀਂ ਰਹਿ ਜਾਣਾ। ਭਲਿਆ ਬਾਬੇ ਦੀ ਬਾਣੀ ਕਹਿੰਦੀ ਐ ਤੂੰ ਦੂਰ ਹੋ ਜਾ ਨਸ਼ਿਆਂ ਤੋਂ। ਆਪਾਂ ਗੱਲ ਕਰ ਰਹੇ ਸੀ, ਸ਼ਰਾਬ ਦਾ ਨਸ਼ਾ ਵੀ ਇੱਕ ਨਸ਼ਾ ਏ। ਹੁਣ ਇਹ ਨਾ ਸੋਚ ਲਿਓ ਕਿ ਆ ਨਸ਼ੇ ਛੱਡ ਦਈਏ ਤੇ ਸ਼ਰਾਬਾਂ ਘਰਾਂ 'ਚ ਲੈ ਆਈਏ, ਨਾ ਨਾ ਨਾ। ਜਿੱਥੇ ਤੂੰ ਬਾਹਰੀ ਨਸ਼ਾ ਛੱਡਣਾ ਏ ਨਾ ਭਲਿਆ, ਅੰਦਰੂਨੀ ਨਸ਼ਾ ਵੀ ਛੱਡ ਮੇਰੀਏ ਭੈਣੇ। ਆ ਨਸ਼ਾ ਹੀ ਆ, ਇੱਕ ਵਿਆਹ ਤੇ ਸੂਟ ਪਾ ਕੇ ਚਲ ਜਾਨੀ ਤੇ ਦੂਜੇ ਤੇ ਫੇਰ ਪਤੀ ਤੇ ਗਲ 'ਚ ਗੂਠਾ ਦੇ ਦੇਣੀ, ਲੈ ਕੇ ਦਵੇਂਗਾ 4-5 ਹਜ਼ਾਰ ਵਾਲਾ ਤੇ ਫਿਰ ਤੁਰੂੰਗੀ ਨਾਲ, ਨਹੀਂ ਤੇ ਲੈ ਜੀ ਜਿੰਨੂੰ ਮਰਜੀ। ਇਹ ਭੈਣੇ ਨਸ਼ਾ ਹੀ ਐ, ਇਹ ਨਸ਼ਾ ਹੀ ਐ। ਜੇ ਤੂੰ ਆਪਣੇ ਧੀਆਂ ਪੁੱਤਰਾਂ ਨੂੰ ਗੁਰੂ ਦਾ ਗਿਆਨ ਘੱਟ ਤੇ ਗਾਇਕਾਂ ਦਾ ਗਿਆਨ ਜ਼ਿਆਦਾ ਦਿੰਨੀ ਐ, ਨਸ਼ਾ ਹੀ ਐ। ਜਿਹੜੇ ਮੇਰੇ ਵੀਰ ਆਪਣੀ ਕੁਦਰਤੀ ਬਿਊਟੀ ਨੂੰ ਛੱਡ ਕੇ, ਕੁਦਰਤੀ ਬਿਊਟੀ ਨੂੰ ਛੱਡ ਕੇ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਬੈਠ ਜਾਂਦੇ ਨੇ, ਨਸ਼ਾ ਹੀ ਐ, ਇਹ ਇੱਕ ਨਸ਼ਾ ਹੀ ਐ। ਖੈਰ ਇਹ ਕੁਝ ਕਰਨ ਦੇ ਨਾਲ ਮੈਂ ਵੱਧ ਸੋਹਣਾ ਲੱਗੇਗਾ, ਗੁੱਸਾ ਨਾ ਕਰੀ ਮੇਰੇ ਆ ਪਿਆਰਿਆ ਵੀਰਾ। ਆ ਬਾਬੇ ਦੀ ਬਾਣੀ ਦਾ ਬਚਨ ਝੋਲੀ 'ਚ ਪਵਾਉਂਦਾ ਜਾਈ। ਸਾਹਿਬ ਜੀ ਕਹਿਣ ਲੱਗੇ ਭਲਿਆ ਪਤਾ ਹੋਇਆ ਕਿਉਂ ਇਹ ਸਭ ਕੁਝ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਬੋਰਾ ਹੋ ਗਿਆ ਏ, ਝੱਲਾ ਹੋ ਗਿਆ ਏ। ਉਹ ਤੇਰੀ ਮਤ ਤੇਰੀ ਆਪਣੀ ਨਹੀਂ ਰਹੀ। ਐ ਧਾਰਮਿਕ ਆਗੂਆ ਰੋਕਦਾ ਏ ਤੂੰ ਦੁਨੀਆ ਨੂੰ ਸ਼ਰਾਬ ਨਾ ਪੀਓ। ਤੂੰ ਵੱਡੇ ਵੱਡੇ ਬੈਨਰ ਲਾਏ ਹੁੰਦੇ ਨੇ ਗੁਰਦੁਆਰਿਆਂ ਦੇ ਵਿੱਚ, ਸ਼ਰਾਬ ਪੀ ਕੇ ਆਉਣਾ ਮਨਾ ਏ, ਤੰਬਾਕੂ ਲੈ ਕੇ ਆਉਣਾ ਮਨਾ ਏ। ਧਾਰਮਿਕ ਆਗੂਆ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਕਰਕੇ ਮੱਥੇ ਟਿਕਾਉਣਾ ਕੀ ਹੈ, ਨਸ਼ਾ ਨਹੀਂ ਹੈ? ਕਦੋਂ ਦੂਰ ਹੋਵੇਂਗਾ ਇਹਨਾਂ ਨਸ਼ਿਆਂ ਤੋਂ? ਜਦੋਂ ਭੁੱਕੀ ਨੂੰ ਪ੍ਰਸ਼ਾਦ ਕਹਿਣਾ ਏ, ਅਫੀਮ ਨੂੰ ਪ੍ਰਸ਼ਾਦ ਕਹਿਣਾ ਕੀ ਹੈ, ਨਸ਼ਾ ਨਹੀਂ ਹੈ? ਕੀ ਇਹ ਗੁਰੂ ਦੀ ਬੇਅਦਬੀ ਨਹੀਂ ਹੈ? ਜਾਗ ਜਾ, ਜਾਗ ਜਾ, ਤੈਨੂੰ ਜਾਗਣਾ ਪੈਣਾ ਏ, ਕਿਉਂਕਿ ਮੇਰੀਆਂ ਜਾਗਦੀਆਂ ਜ਼ਮੀਰਾਂ ਵਾਲੇ ਵੀਰ ਤੇ ਮੇਰੀਆਂ ਭੈਣਾਂ ਤੈਨੂੰ ਸਵਾਲ ਕਰਨ ਵਾਲੇ ਆ ਗਏ ਨੇ। ਰਾਜਨੀਤਿਕ ਬੰਦਿਆ, ਜਦੋਂ ਤੂੰ ਲਾਲਚ ਵਸ ਹੋ ਕੇ ਮਾਵਾਂ ਦੇ ਹੀਰੇ ਪੁੱਤ ਮਰਵਾਉਣਾ ਏ, ਇਹਨਾਂ ਦੇ ਘਰਾਂ ਦੇ ਵਿੱਚ ਸਮੈਕਾਂ ਸੁੱਟਦਾ ਏ, ਸ਼ਰਾਬਾਂ ਸੁੱਟਦਾ ਏ, ਕੀ ਹੈ, ਨਸ਼ਾ ਨਹੀਂ ਹੈ? ਕਦੋਂ ਦੂਰ ਹੋਵੇਂਗਾ? ਬਾਬਾ ਜੀ ਕਹਿਣ ਲੱਗੇ ਭਲਿਆ ਪਤਾ ਬਾਹਰੀ ਰਸ ਤੇਰੇ ਤੇ ਕਿਉਂ ਪ੍ਰਭਾਵ ਪਾ ਗਿਆ? ਆ ਪਵਾਇਓ ਬਚਨ ਬਾਬੇ ਦਾ ਝੋਲੀ 'ਚ, ਕਹਿੰਦੇ ਹੋਇਆ ਪਤਾ ਕਿਉਂ? ਹਰ ਰਸ ਛੋੜ ਹੋਸੈ ਰਸ ਮਾਤਾ। ਹਰੀ ਨੂੰ ਛੱਡ ਕੇ ਬੜੇ ਸੌਖੇ ਅਰਥ ਜੇ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ। ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰਬਾਣੀ ਦਾ ਸਹਿਜ ਪਾਠ ਚੱਲਦਾ ਏ, ਜਾਂ ਜਿਨ੍ਹਾਂ ਦੇ ਫੋਨਾਂ ਦੇ ਵਿੱਚ ਗੁਰਬਾਣੀ ਸਰਚਰ ਹੈ ਨਾ, ਸ਼ਬਦ ਜ਼ਰੂਰ ਘਰੇ ਜਾ ਕੇ ਪੜਨ ਦਾ ਯਤਨ ਕਰਿਓ। ਸਾਹਿਬ ਜੀ ਕਹਿਣ ਲੱਗੇ ਹਰ ਰਸ ਛੋੜ ਹੋਸੈ ਰਸ ਮਾਤਾ। ਕਹਿੰਦੇ ਹਰੀ ਦੇ ਰਸ ਨੂੰ ਛੱਡ ਦਿੱਤਾ, ਜਿਹੜਾ ਰਸ ਸਦਾ ਥਿਰ ਰਹਿਣ ਵਾਲਾ ਸੀ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਹੋਸ਼ੇ ਦੇ ਅਰਥ ਕੀਤੇ ਨੇ
ਕੁਝ ਕੁ ਸਮਾਂ ਰਹਿਣ ਵਾਲਾ ਰਸ। ਹੁਣ ਬੰਦਾ ਸ਼ਰਾਬ ਪੀਂਦਾ ਏ, ਮਸਾਂ ਹੀ ਉਹਦਾ 3-4 ਘੰਟੇ ਅਸਰ ਹੋਵੇ, ਫੇਰ ਲੱਥ ਜਾਂਦੀ ਹੈ, ਫੇਰ ਲੱਥ ਜਾਂਦੀ ਹੈ। ਪਰ ਬਾਬਾ ਜੀ ਕਹਿਣ ਲੱਗੇ, ਪਲਿਆ ਤੂੰ ਐਸਾ ਨਸ਼ਾ ਕਰ ਜਿਹੜਾ ਨਸ਼ਾ ਤੇਰੀ ਜ਼ਿੰਦਗੀ ਦੇ ਵਿੱਚੋਂ ਲੱਥ ਨਾ ਸਕੇ। ਪੁੱਛ ਜਾ ਕੇ ਭਾਈ ਮਣੀ ਸਿੰਘ ਨੂੰ, ਭਾਈ ਮਣੀ ਸਿੰਘਾ ਤੂੰ ਕਿਹੜਾ ਨਸ਼ਾ ਕਰਕੇ ਆਇਆ ਸੀ, ਤੇਰੇ ਬੰਦ ਬੰਦ ਕੱਟ ਦਿੱਤੇ ਸੀ ਨਹੀਂ ਕੀਤੀ। ਪੁੱਛੋ ਭਾਈ ਤਾਰੂ ਸਿੰਘ ਨੂੰ, ਕੀ ਕਸੂਰ ਸੀ ਵਿਚਾਰੇ ਦਾ। ਮੁਸਲਮਾਨ ਦੀ ਧੀ ਛਡਾਈ ਸੀ। ਪਚੀਆਂ ਨਹੀਂ ਇਹ ਗੱਲਾਂ ਉਸ ਸਮੇਂ ਦੇ ਧਾਰਮਿਕ ਆਗੂਆਂ ਨੂੰ, ਰਾਜਨੀਤਿਕ ਆਗੂਆਂ ਨੂੰ। ਕਹਿੰਦੇ ਇਹਨੂੰ ਸਿੱਖੀ ਤੋਂ ਮੁਨਕਰ ਹੋਣ ਲਈ ਜਿੰਨੇ ਵੀ ਵੱਡੇ ਤੋਂ ਵੱਡੇ ਤਸੀਹੇ ਦਿੱਤੇ ਜਾਂਦੇ ਨੇ, ਇਹਦਾ ਦਿਲ ਡਲਾਉਣ ਨੂੰ ਦੋ। ਉਹ ਪਰ ਤੂੰ ਕੀ ਜਾਣਦਾ ਏ, ਉਹਨੇ ਤੇ ਐਸਾ ਰਸ ਪੀਤਾ ਏ, ਐਸਾ ਨਸ਼ਾ ਕੀਤਾ ਏ, ਉਹ ਇੱਕ ਦੋ ਪਲ ਥੋੜੀ ਰਹਿੰਦਾ ਏ, ਉਹ ਤੇ ਸਦਾ ਹੀ ਚੜਿਆ ਰਹਿੰਦਾ ਏ, ਸਦਾ ਹੀ। ਪੁੱਛ ਕੇ ਦੇਖੋ ਭਾਈ ਲਛਮਣ ਸਿੰਘ ਧਾਰੋਵਾਲ ਨੂੰ, ਕਿਹੜਾ ਨਸ਼ਾ ਕਰਕੇ ਗਿਆ ਸੀ ਜਦੋਂ ਗੁਰੂ ਧਾਮਾਂ ਦੀ ਬੇਅਦਬੀ ਦਾ ਬਦਲਾ ਲੈਣ ਲਈ ਗਿਆ ਸੀ। ਕਿਹੜਾ ਨਸ਼ਾ ਸੀ ਉਹ। ਭਾਗਾਂ ਵਾਲਿਓ, ਸਮੇਂ ਦੀਆਂ ਸਰਕਾਰਾਂ ਨੇ ਤੇ ਧਾਰਮਿਕ ਆਗੂਆਂ ਨੇ ਸਾਨੂੰ ਸਮੇਂ-ਸਮੇਂ ਤੇ ਰੱਜ ਕੇ ਲੁੱਟਿਆ, ਰੱਜ ਕੇ ਮਾਰਿਆ। ਅੱਜ ਵੀ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ, ਅੱਜ ਵੀ ਨਹੀਂ ਹੋ ਸਕਦੇ ਇਸ ਗੱਲ ਤੋਂ ਮੁਨਕਰ। ਜਦੋਂ 1921 ਦੇ ਵਿੱਚ ਸਾਕਾ ਨਨਕਾਣਾ ਵਾਪਰਿਆ ਹੈ ਨਾ, ਕੀ ਕਸੂਰ ਸੀ ਆਪਣੇ ਵਰਗੇ ਸਿੱਖਾਂ ਦਾ, ਤੁਹਾਡੇ ਵਰਗੇ ਸਿੱਖਾਂ ਦਾ ਕੀ ਕਸੂਰ ਸੀ। ਬਸ ਇੱਕੋ ਉਹਨਾਂ ਦੀ ਜ਼ੁਬਾਨ ਤੇ ਰੱਟ ਸੀ, ਅਸੀਂ ਮਰ ਤਾਂ ਸਕਦੇ ਹਾਂ ਪਰ ਗੁਰੂ ਦੀ ਬੇਅਦਬੀ ਨਹੀਂ ਜਰ ਸਕਦੇ। ਸਾਨੂੰ ਤਸੀਹੇ ਦੇ ਦਿਓ, ਸਾਨੂੰ ਮਾਰ ਦੋ, ਸਾਡੇ ਘਰ ਬਾਰ ਤਬਾਹ ਕਰ ਦੋ, ਪਰ ਸਾਡੇ ਬਾਬੇ ਨੂੰ ਹੱਥ ਨਾ ਪਾਇਓ। ਤੇ ਜੇ ਇਹਨੂੰ ਹੱਥ ਪਾਓਗੇ ਨਾ, ਫਿਰ ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਸਮੇਂ ਦੀ ਸਰਕਾਰ ਦੀ ਇੱਕ ਨੀਤੀ ਸੀ, ਜਿਹੜੀ ਨੀਤੀ ਮੈਨੂੰ ਲੱਗਦਾ ਹੈ ਅੱਜ ਵੀ ਚੱਲ ਰਹੀ ਹੈ, ਪਾੜੋ ਤੇ ਰਾਜ ਕਰੋ, ਪਾੜੋ ਤੇ ਰਾਜ ਕਰੋ। ਅੱਜ ਕਿੰਨੀਆਂ ਸਿੱਖ ਕੌਮ ਚ ਵੰਡੀਆਂ, ਕਿੰਨੀਆਂ ਦੁਬਦਾਵਾਂ, ਪਾੜੋ ਤੇ ਰਾਜ ਕਰੋ ਵਾਲੀਆਂ ਨੀਤੀਆਂ ਹੀ ਨੇ ਨਾ। ਸਿੱਖ ਹਰ ਇੱਕ ਚੀਜ਼ ਜਰ ਸਕਦਾ ਸੀ, ਪਰ ਆਪਣੇ ਗੁਰੂ ਦੀ ਬੇਅਦਬੀ ਨਹੀਂ ਸੀ ਜਰ ਸਕਦਾ। ਸਮੇਂ-ਸਮੇਂ ਤੇ ਸਿੱਖਾਂ ਨੇ ਸ਼ਹਾਦਤਾਂ ਤੇ ਜਾਮ ਪੀਤੇ। ਕਿਉਂ ਪੀਤੇ, ਕਾਰਨ ਕੀ ਸੀ ਇਹਦਾ। ਉਦੋਂ ਗੁਰਦੁਆਰਿਆਂ ਦੇ ਵਿੱਚ ਮਹੰਤ ਕਾਬਜ ਹੋ ਗਏ ਸੀ। ਕੌਣ ਕਾਬਜ ਹੋ ਗਿਆ ਸੀ ਜੀ? ਮਹੰਤ ਕਾਬਜ ਹੋ ਗਏ ਸੀ। ਸਿੱਧਾ ਅਟੈਕ ਨਹੀਂ ਹੈ ਕਿਸੇ ਤੇ, ਕਿਸੇ ਨੂੰ ਲਾ ਕੇ ਗੱਲ ਨਹੀਂ ਹੈ। ਜਾਗਦੀਆਂ ਜ਼ਮੀਰਾਂ ਵਾਲਿਓ, ਆ ਸੁਰਤ ਲੈ ਕੇ ਜਾਇਓ ਆਪਣੇ ਬਾਬੇ ਦੀ ਬਾਣੀ ਵੱਲ। ਕੀ ਅੱਜ ਮਹੰਤ ਕਾਬਜ ਨਹੀਂ ਹੋਏ? ਸਾਨੂੰ ਸਾਡੇ ਘਰ ਦੇ ਵਿੱਚ ਹੀ ਗੱਲ ਕਰਨ ਦਾ, ਪੂਰੀ ਗੱਲ ਕਰਨ ਦਾ ਅੱਜ ਅਸੀਂ ਆਪਣੇ ਘਰ 'ਚ ਹੀ ਨਹੀਂ ਕਰ ਸਕਦੇ। ਉਦੋਂ ਵੀ ਇਹ ਹਾਲ ਸੀ 1921 ਦੇ ਵਿੱਚ। ਸਿੱਖ ਕਹਿੰਦੇ ਸੀ ਜਿਹੜੇ ਕੁਕਰਮ ਹੋ ਰਹੇ ਨੇ, ਸੇਮ ਮੱਸੇ ਰੰਗੜ ਵਾਲੇ। ਮੱਸਾ ਰੰਗੜ ਕੀ ਕਰਦਾ ਸੀ? ਗੁਰਦੁਆਰੇ ਦੇ ਵਿੱਚ, ਪਵਿੱਤਰ ਹਰਮੰਦਰ ਦੇ ਵਿੱਚ ਕੰਜਰੀਆਂ ਦਾ ਨਾਚ ਕਰਾਉਂਦਾ ਸੀ, ਮੁਜ਼ਾਹਰਾ ਕਰਵਾਉਂਦਾ ਸੀ। ਤੇ 1921 ਦੇ ਮਹੰਤਾਂ ਨੇ ਵੀ ਇਦਾਂ ਹੀ ਕੀਤਾ। ਗੁਰਦੁਆਰੇ ਦੇ ਵਿੱਚ ਜਿਹੜੀਆਂ ਸਿੱਖ ਧੀਆਂ ਜਾਂਦੀਆਂ ਸੀ, ਧੀਆਂ ਭੈਣਾਂ ਜਾਂਦੀਆਂ ਸੀ, ਉਹਨਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਸੀ ਰਹਿੰਦੀ। ਮੇਰੇ ਵਰਗੀ ਧੀ ਜਦੋਂ ਜਾਂਦੀ ਸੀ ਨਾ ਗੁਰਦੁਆਰੇ ਦੇ ਵਿੱਚ, ਤੇ ਉਹਦੇ ਸਰੀਰ ਦਾ ਮਾਸ ਨੋਚ ਕੇ ਖਾ ਜਾਇਆ ਕਰਦੇ ਸੀ ਉਹ ਮਹੰਤ। ਅੱਜ ਵੀ ਜਿਨ੍ਹਾਂ ਡੇਰਿਆਂ ਦੇ ਵਿੱਚ ਧੀਆਂ ਦੇ ਨਾਲ ਐਸੇ ਕੁਕਰਮ ਹੁੰਦੇ ਨੇ, ਉਸ ਗੱਲ ਤੋਂ ਤੁਸੀਂ ਭਲੀ ਭਾਂਤ ਜਾਣੂਓ। ਸੋ ਖੈਰ, ਆਪਾਂ ਉਸ ਵਿਸ਼ੇ ਵੱਲ ਨਾ ਜਾਈਏ। 1921 ਦੇ ਵਿੱਚ ਲਛਮਣ ਸਿੰਘ ਧਾਰੋਵਾਲ ਨਾਂ ਦਾ ਇੱਕ ਸਿੱਖ ਹੋਇਆ ਏ, ਜਿਨੇ ਸ਼ਹੀਦੀ ਦਾ ਜਾਮ ਪੀਤਾ। ਤੇ ਮੇਰੀਓ ਭੈਣੋ, ਮੈਂ ਤੁਹਾਡੀ ਦ੍ਰਿੜਤਾ ਦੇ ਲਈ ਇੱਕ ਗੱਲ ਕਰਦੀ ਜਾਵਾਂ।
ਜਦੋਂ ਭਾਈ ਲక్ష్మణ ਸਿੰਘ ਧਾਰੋਵਾਲ ਗੁਰਧਾਮਾਂ ਦੀ ਬੇਅਦਬੀ ਦਾ ਬਦਲਾ ਲੈਣ ਲਈ ਜਾ ਰਹੇ ਸਨ ਨਾ, ਤੇ ਘਰ ਵਾਲੀ ਰੋਕਦੀ ਹੈ, ਘਰ ਵਾਲੀ ਰੋਕਦੀ ਹੈ ਤੇ ਲక్ష్మణ ਸਿੰਘ ਧਾਰੋਵਾਲ ਦੇ ਦਿਮਾਗ 'ਚ ਆਉਂਦਾ ਹੈ ਕਿ ਖੈਰ ਮੇਰੀ ਪਤਨੀ ਡੋਲ ਗਈ ਹੈ, ਹੋ ਸਕਦਾ ਹੈ ਮੇਰੀ ਪਤਨੀ ਡੋਲ ਗਈ ਹੈ, ਪਿੱਛੋਂ ਕਿਉਂ ਆਵਾਜ਼ ਮਾਰੀ ਇਹਨੇ। ਤੇ ਕਹਿਣ ਲੱਗੀ ਸਿਰਦਿਆ ਸਾਈਆਂ ਮਤਾ ਸੋਚੀ ਬਾਬੇ ਨਾਨਕ ਦੀ ਪੁੱਤਰੀ ਡੋਲ ਜਾਵੇਗੀ। ਉਹ ਮੈਂ ਤੈਨੂੰ ਪਿੱਛੋਂ ਆਵਾਜ਼ ਇਸ ਕਰਕੇ ਮਾਰੀ ਐ ਸਿਰਦਿਆ ਸਾਈਆਂ, ਗੁਰਦੁਆਰੇ ਜਦੋਂ ਜਾਂਦਾ ਸੀ ਮੈਨੂੰ ਨਾਲ ਲੈ ਕੇ ਜਾਂਦਾ ਸੀ, ਸੇਵਾ ਕਰਨ ਲਈ ਜਾਂਦਾ ਸੀ ਮੈਨੂੰ ਨਾਲ ਲੈਣ ਲਈ ਜਾਂਦਾ ਸੀ, ਲੈ ਕੇ ਜਾਂਦਾ ਸੀ। ਅੱਜ ਮੈਂ ਤੈਨੂੰ ਭੁੱਲ ਗਈ ਆ, ਅੱਜ ਕਿਉਂ ਨਹੀਂ ਖੜ ਰਿਹਾ। ਤੇ ਮੇਰੀਓ ਭੈਣੋ, ਉਹ ਲక్ష్మణ ਸਿੰਘ ਧਾਰੋਵਾਲ ਦੀ ਪਤਨੀ ਨੇ ਆਪਣੇ ਪਤੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਜਿਉਂਦਿਆਂ ਜੰਡ ਥੱਲੇ ਸੜਦਿਆਂ ਹੋਇਆਂ ਸ਼ਹੀਦ ਹੁੰਦਿਆਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ। ਭੈਣੋ, ਅੱਜ ਤੁਹਾਡੇ ਬੱਚਿਆਂ ਨੂੰ ਇਹ ਤਾਂ ਪਤਾ ਹੋਵੇਗਾ ਕਿ ਮਿਰਜ਼ਾ ਜੰਡ ਥੱਲੇ ਵੱਢਿਆ ਗਿਆ ਏ। ਕਦੋਂ ਦੱਸੋਗੀਆਂ ਐਸੇ ਮਹਾਨ ਕਰਨੀ ਨਾਮੇ ਸਿੱਖਾਂ ਦੇ ਕਾਰਨਾਮਿਆਂ ਨੂੰ ਜਿਨ੍ਹਾਂ ਨੂੰ ਜੰਡ ਤੇ ਨਾਲ ਬੰਨ ਕੇ ਜਿਉਂਦੇ ਸ਼ਹੀਦ ਕੀਤਾ ਗਿਆ ਸੀ। ਕਦੋਂ ਦੱਸੋਗੀਆਂ ਮੇਰੀਓ ਭੈਣੋ। ਆਜੋ ਘਰਾਂ ਨੂੰ ਵਾਪਸ। ਦਾਤਾ ਜੀ ਕਹਿਣ ਲੱਗੇ ਘਰਾਂ ਨੂੰ ਉਦੋਂ ਵਾਪਸ ਆ ਸਕਦੇ ਜੇ ਜਦੋਂ ਪੂਰੇ ਗੁਰੂ ਦੀ ਸ਼ਰਨ ਚ ਆ ਜਾਓਗੇ। ਨਿਵਰੈ ਦੂਤ दुष्ट बैराई गुर पूरे का जपया जाप, कहां करे कोई बेचारा प्रभ मेरे का बड़ प्रताप। मेरे दाते दा प्रताप, मेरे दाते दा एक बड़प्पन है जेड़ा ओदी शरण च आ जांदा है, ओदे अंदरों ए बुराइयां खत्म हो जांदियां ने। साहब जी कहन लगे मना सिमर दाते ते नाम नू अपनी जिंदगी दा आधार बना। सिमर 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 सुख पाया, चरण कमल रख मन माही, ताकि शरण परयो नानक दास, जाते ऊपर को नाही। एक अकाल पुरख तो ऊपर कुछ भी नहीं है। आओ एक अकाल पुरख दे लड़ लगिए, अपने घरां दे विच सहज पाठ करिए, बाणी आप पढ़िए, बाणी ते अर्थां नूं विचारिए। बाणी पढ़न लगे काल ना करिए। ਇਹ नहीं है कि जे जप बाणी दा पाठ शुरू कीता है ते असीं 20 मिनटां च पाठ खत्म करना है। पलिया तैनूं सहज पाठ करदिआं 2 साल लग जाण, तैनूं सहज पाठ करदिआं 3 साल लग जाण, पर चेता रखी मैं जो पढ़ रहा है, जो विचार रहा है, ਉਹਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਹੈ। ਭਾਗਾਂ ਵਾਲਿਓ, ਇਹ ਤਾਂ ਹੀ ਹੋ ਸਕਦਾ ਹੈ ਜੇ ਖੁਦ ਬਾਣੀ ਪੜਾਂਗੇ, ਖੁਦ ਗੁਰੂ ਦੇ ਲੜ ਲੱਗਾਂਗੇ। ਨਹੀਂ ਤੇ ਬਥੇਰਿਆਂ ਨੇ ਸੱਚ ਦਾ ਲੈਵਲ ਲਾ ਕੇ ਦੁਕਾਨਾਂ ਝੂਠ ਦੀਆਂ ਖੋਲੀਆਂ ਹੋਈਆਂ ਨੇ। ਬਚਨ ਦੀ ਲੋੜ ਏ, ਸੁਚੇਤ ਹੋਣ ਦੀ ਲੋੜ ਏ। ਬਾਣੀ ਆਪ ਪੜੋ, ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ, ਗੁਰ ਇਤਿਹਾਸ ਦੇ ਨਾਲ ਜੋੜੋ। ਸੋ ਹੁਣ ਮੇਰੇ ਤੋਂ ਬਾਅਦ बड़े ही सत्कारयोग भाई सहपाई साहिब सिंह जी मारकंडा, जो आप जी दे नाल जप बाणी दे रहिंदे जो पौड़ियां ने उन्हां दी विचार करनगे। इन्ना कुछ कहंदी होई मैं खिमा दी जज खां। अज लास्टला दिन सी दीवान दा, कोटान कोट शुकर है साहिब श्री गुरु ग्रंथ साहिब जी दा, आप रब रूपी संगत दा, जिन्हां ने बड़े प्यार ते इतफाक दे नाल बैठ के सुन दा जतन कीता है। मैं आस करदी हां जो पढ़िया है, जो सुनिया है, पल्ले नाल कुट के पल्ले नाल बन लोगे। फिर साडे ए मनाए होए गुरमत दे समागम सफल ने। नहीं ते भागां वालिओ असीं एवें ही रह जावांगे जिवें दे पहिलां सी। दाता जी किरपा करन, सबना ते मेर भरिया हथ रखन। मेरे नाल बुलाओ फतेह आखो जी। वाहिगुरु जी का खालसा, वाहिगुरु जी की फतेह।